ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕਈ ਦਿਨਾਂ ਤੋਂ ਕੁਝ ਵੀਰਾਂ ਦੇ ਸਵਾਲ ਸਨ ਕਿ ਵੀਰ ਜੀ ਪਹਿਲੇ ਤੁਸੀਂ ਸਾਰੀ ਕਵਰੇਜ ਦਿਖਾਈ, ਗੁਰਬਖਸ਼ ਸਿੰਘ ਜੀ ਦੇ ਕੇਸ ਵਿੱਚ ਇੱਕ ਇੱਕ ਕੜੀ ਤੋਂ ਸਾਨੂੰ ਜਾਣੂ ਕਰਾਇਆ, ਪਰ ਪੁਲਿਸ ਦੀ ਤਫਤੀਸ਼ ਤੋਂ ਬਾਅਦ ਔਰ ਉਹ ਮੁਲਜ਼ਮਾਂ ਦੇ ਨਾਮ ਆਉਣ ਤੋਂ ਬਾਅਦ ਐਸਾ ਕੀ ਹੋਇਆ ਜੇ ਤੁਸੀਂ ਸਾਇਲੈਂਟ ਕਰ ਗਏ। ਦਰਅਸਲ ਸਾਧ ਸੰਗਤ ਜੀ, ਗੱਲ ਇਸ ਤਰ੍ਹਾਂ ਹੈ, ਕਹਿੰਦੇ ਨੇ ਝੱਗਾ ਚੁੱਕੀਏ ਤੇ ਢਿੱਡ ਆਪਣਾ ਹੀ ਨੰਗਾ ਹੁੰਦਾ ਹੈ। ਇੱਕ ਤਰਸੇਮ ਸਿੰਘ ਮੋਰਾਵਾਲੀ ਦੇ ਗੀਤ ਵੀ ਚੇਤੇ ਆਉਂਦਾ ਹੈ, ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ, ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਸੱਚੀ ਗੱਲ ਹੈ ਕਿ ਜਦੋਂ ਇੱਕ ਸਿੱਖ ਦਾ ਨਾਮ ਆਇਆ ਤੇ ਸਾਰੇ ਸਿੱਖ ਪੰਥ ਦੇ ਜਿੱਥੋਂ ਤੱਕ ਇਹ ਨਿਊਜ਼ ਗਈ ਸੀ, ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਔਰ ਉਹ ਸਹੀ ਵੀ ਸੀ। ਪਰ ਉਸ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਉਹ ਚਾਰ ਨਾਮ ਆਉਣ ਤੋਂ ਬਾਅਦ ਸਿੱਖ ਸਮਾਜ ਵਿੱਚ, ਸਿੱਖ ਪੰਥ ਵਿੱਚ ਦੋ ਫਾੜ ਵੀ ਹੋਏ। ਇੱਕ ਉਹ ਜੋ ਇਸ ਤਫਤੀਸ਼ ਨੂੰ ਸਹੀ ਮੰਨ ਰਹੇ ਨੇ ਔਰ ਉਹ ਦੁਖੀ ਨੇ, ਦੂਜਾ ਜੋ ਗੁੱਸੇ ਵਿੱਚ ਹੈ ਕਿ ਇਹ ਤਫਤੀਸ਼ ਗਲਤ ਹੈ। ਹੁਣ ਅਸੀਂ ਆਪੇ ਸ਼ਸ਼ੋ ਪੰਜ ਵਿੱਚ ਪਏ ਹਾਂ ਕਿ ਕਿਸ ਨੂੰ ਸਹੀ ਮੰਨੀਏ ਤੇ ਕਿਸ ਨੂੰ ਗਲਤ। ਅਸੀਂ ਜੋ ਸੁੰਦਰ ਸਿੰਘ ਜੋ ਮੁਜਰਮ ਹੈ, ਜਿਸ ਦਾ ਨਾਮ ਹੈ ਪੁਲਿਸ ਦੀ ਲਿਸਟ ਵਿੱਚ, ਉਸ ਦੇ ਪਿਤਾ ਤੇ ਉਹਦੇ ਭਰਾ ਨੂੰ ਅਸੀਂ ਮਿਲੇ ਹਾਂ। ਉਹ ਸਾਫ਼ ਤੌਰ ਤੇ ਇਨਕਾਰੀ ਹਨ ਕਿ ਸਾਡਾ ਪੁੱਤਰ ਇਹ ਕੰਮ ਨਹੀਂ ਕਰ ਸਕਦਾ। ਤੁਸੀਂ ਸੁਣੋ ਉਹਨਾਂ ਦੀ ਗੱਲ ਨੂੰ। ਤੇ ਕੀ ਤੁਸੀਂ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਹੋ? ਨਹੀਂ, ਮਤਲਬ ਤੁਹਾਨੂੰ ਲੱਗਦਾ ਹੈ ਕਿ ਸੁੰਦਰ ਬੇਕਸੂਰ ਹੈ? बेकसूर है। चाहे गोली मार दवाए, मैं बिरादरी दे अगे, समाज दे अगे मैं झुक के हाथ जोड़ के आना, नजायज है तो गोली तुनागा मैं। ਆਪ ਜੀ ਨੇ ਵੇਖਿਆ, ਉਹਨਾਂ ਦੇ ਪਿਤਾ ਜੀ ਕਹਿ ਰਹੇ ਨੇ ਕਿ ਮੇਰਾ ਪੁੱਤਰ ਇਹ ਨਹੀਂ ਕਰ ਸਕਦਾ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਜੋ ਮੁਸਲਮਾਨੀ ਦਾ ਕੇਸ ਹੈ, ਅਲਾਉੜੇ ਦੀ ਮੁਸਲਮਾਨੀ ਨਾਲ ਜੋ ਇਸ ਦੇ ਸੰਬੰਧ ਸਨ, ਕੀ ਉਹ ਸਹੀ ਹੈ? ਤੇ ਉਹ ਕਹਿੰਦੇ ਨੇ ਬਿਲਕੁਲ ਸਹੀ ਹੈ। ਨਹੀਂ, ਤੁਸੀਂ ਕਿਹਾ ਕਿ ਮੇਰਾ ਮੁੰਡਾ ਇਸ ਕੰਮ ਵਿੱਚ ਨਹੀਂ ਹੈ। ਕਿਹੜੇ ਇਸ ਕੰਮ ਕਿਸ ਵਿੱਚ? ਇੱਕ ਦੇਖੋ ਮੁਸਲਮਾਨੀ ਦਾ ਕੇਸ ਵੀ ਹੈ ਤੇ ਇੱਕ ਜਿਹੜਾ ਕੇਸ ਕਤਲ ਦਾ ਵੀ ਹੈ। ਹਾਂ, ਇਹਦੇ ਸਿੱਖੀਏ ਚ ਨਹੀਂ ਹੈ, ਪਹਿਲਾਂ ਵਾਲਾ ਮੈਟਰ ਹੈ, ਉਹਦੇ ਜ਼ਰੂਰ ਹੈ। ਉਸ ਦੀ ਉਮਰ ਮਾਤਰ 19 ਸਾਲ ਹੈ, ਸ਼ਾਦੀशुदा ਵੀ ਨਹੀਂ ਹੈ। ਔਰ ਕੇਸ ਦੀ ਗੱਲ ਕੀਤੀ ਤੇ ਕਹਿੰਦੇ ਬਚਪਨ ਤੋਂ ਹੀ ਉਸਦੇ ਕੇਸ ਨਹੀਂ ਨੇ। ਬਾਕੀ ਸਾਰੇ ਪਰਿਵਾਰ ਕੇਸਾਧਾਰੀ ਹੈ, ਪਰ ਜੋ ਸੁੰਦਰ ਸਿੰਘ ਹੈ, ਨਾਮ ਉਹਦਾ ਭਲੇ ਹੀ ਸੁੰਦਰ ਹੈ ਪਰ ਕੰਮ ਉਹਦੇ ਬਹੁਤ ਬਦਸੂਰਤ ਹਨ। ਨਾ ਸ਼ੁਰੂ ਤੋਂ ਕੋਈ ਬਚਪਨ ਤੋਂ ਬਚਪਨ ਤੋਂ ਉਹਦੇ ਕੇਸ ਨਹੀਂ ਨੇ। ਤੇ ਤੁਹਾਡਾ ਜੋ ਵੱਡਾ ਮੁੰਡਾ ਇਹਦੇ ਕੇਸ ਤੇ ਹੈਗੇ, ਤੁਹਾਡੇ ਕੇਸ ਵੀ ਹੈਗੇ, ਤੇ ਉਹਦੇ ਕੇਸ ਕਿਉਂ ਨਹੀਂ ਨੇ? ਉਹ ਸ਼ੁਰੂ ਤੋਂ ਕੋਈ ਰੱਖੇ ਸੀ, ਅਸੀਂ ਰੱਖੇ ਸ਼ੁਰੂ ਤੋਂ ਨਹੀਂ ਰੱਖੇ। ਸਾਡੇ ਸਾਹਮਣੇ ਇੱਕ ਗੱਲ ਆਈ ਸੀ ਕਿ ਸੁੰਦਰ ਸਿੰਘ ਕੇਸ ਕੱਟਣ ਦੇ ਨਾਲ ਨਾਲ ਸੁਲਫਾ ਤੰਬਾਕੂ ਦਾ ਸੇਵਨ ਵੀ ਕਰਦਾ ਹੈ, ਜੋ ਕਿ ਵਜਰ ਕੁਰੈਤਾਂ ਵਿੱਚ ਇੱਕ ਕੁਰੈਤ ਹੈ, ਤੇ ਉਸ ਵਾਸਤੇ ਵੀ ਉਹਦੇ ਪਿਤਾ ਜੀ ਨੇ ਹਾਂ ਕੀਤੀ। ਉਹਨਾਂ ਨਾਲ ਬਹਿ ਕੇ ਸੁਲਫਾ ਪੀਂਦਾ ਸੀ। ਕੀ ਇਹ ਗੱਲ ਸਹੀ ਹੈ? ਪੀਂਦਾ ਸੀ। ਤੇ ਵੀਰ ਜੀ, ਤੁਸੀਂ ਨਾਲ ਦਾ ਬੱਚਾ ਇੰਨੇ ਮਤਲਬ ਐਸੇ ਕੰਮਾਂ 'ਚ ਪਿਆ, ਤੁਸੀਂ ਕਦੇ ਨੂੰ ਰੋਕਿਆ ਨਹੀਂ? ਬਾਬਾ ਜੀ, ਸਾਥੋਂ ਕੋਈ ਮਾਂ ਪਿਓ ਤੋਂ ਕੋਈ ਕਹਿ ਨਹੀਂ, ਇਤਨਾ ਕਹਿੰਦੇ ਸੀ, ਸਾਡੀ ਕੋਈ ਗੱਲ ਨਹੀਂ ਮੰਨਦਾ ਸੀ ਸੁਲਫੇ ਪਾਰੋ। ਤੇ ਉਦੋਂ ਸਮਝ ਨਹੀਂ ਆਉਂਦੀ ਕਿ ਅਸੀਂ ਅਗਰ ਲੜੀਏ ਤੇ ਕਿਹੜੇ ਸਿੱਖ ਪਿੱਛੇ ਲੜੀਏ, ਕਿਉਂਕਿ ਉਹ ਕਹਿ ਰਹੇ ਨੇ ਕਿ ਸਾਡੇ ਬੱਚੇ ਨੂੰ ਫਸਾਇਆ ਗਿਆ ਹੈ, ਇਹ ਸਾਡਾ ਬੱਚਾ ਰਾਜਨੀਤੀ ਦਾ ਸ਼ਿਕਾਰ ਹੋਇਆ ਹੈ, ਸਾਡਾ ਬੱਚਾ ਸਰਕਾਰ ਦੇ ਦਬਾਅ ਹੇਠ ਆ ਕੇ ਝੂਠਾ ਨਾਮ ਲਿਖਵਾਇਆ ਗਿਆ, ਉਹ ਕੇਸ ਕਤਲ ਵਿੱਚ ਨਹੀਂ ਸੀ। ਐਸਪੀ ਦੀ ਰਿਪੋਰਟ ਕਹਿੰਦੀ ਹੈ ਕਿ ਕੇਸ ਕਤਲ ਦੇ ਸਮੇਂ ਇਸ ਦੇ ਮੋਬਾਈਲ ਦੀ ਲੋਕੇਸ਼ਨ ਉਹੀ ਸੀ, ਇਹ ਉੱਥੇ ਮੌਜੂਦ ਸੀ। ਔਰ ਸਾਡੀ ਤਫਤੀਸ਼ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੁੰਦਰ ਉੱਥੇ ਬਿਲਕੁਲ ਚੁੱਪ ਰਿਹਾ, ਕੁਝ ਨਹੀਂ ਬੋਲਿਆ, ਔਰ ਅੱਖਾਂ ਵਿੱਚ ਮਿਰਚਾਂ ਪਾਉਣ ਤੋਂ ਬਾਅਦ ਹੀ ਉਹ ਸਾਹਮਣੇ ਨਿਕਲ ਕੇ ਆਇਆ। ਬਈ ਇਹ ਗੱਲ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜੀ ਉਹਦੀ ਕੋਲ ਡੇਟ ਨਿਕਾਲੀ ਜਾਵੇ, ਉਹ ਬਾਈ ਕਿਸ ਟਾਈਮ ਕਿੱਥੇ ਸੀ, ਕਿੰਨੇ ਵਜੇ ਕਿੱਥੇ ਸੀ, ਉਹ ਉਹਨਾਂ ਦੀ ਇਹਦੀ ਤਾਂ ਕੋਲ ਡੇਟ ਨਿਕਲ ਗਈ, ਤੇ ਫਿਰ ਉਹਨਾਂ ਦੀ ਕਿਉਂ ਨਹੀਂ ਨਿਕਾਲੀ ਗਈ? ਕਿਸ ਦੀ? ਉਹ ਜੁੰਮੇ ਸਰਪੰਚ ਦੀ, ਉਹ ਜਿਹੜੇ ਮੁਜਰਮ ਹੈ ਉਹਨਾਂ ਦੀ ਕਿਉਂ ਨਹੀਂ ਨਿਕਾਲੀ ਗਈ? ਇਹ ਇੱਕ ਚੱਲ ਇਹ ਕਾਂਡ ਕਰਨ ਵਾਲਾ ਹੈ, ਇਹ ਜਦ ਨਾਂ ਲੈਂਦਾ ਵੀ ਬਾਬੇ ਦਾ ਨਾਂ ਲੈਂਦਾ ਵੀ ਭਾਈ ਜੁੰਮਾ ਸਰਪੰਚ ਹੈ, ਜੁੰਮਾ ਸਰਪੰਚ, ਫਿਰ ਬਾਬੇ ਨੂੰ ਨਹੀਂ ਪਤਾ ਹੈ ਕਿ ਇਹ ਮੁੰਡਾ ਸਾਡੇ ਪਿੰਡ ਦਾ ਹੈ। ਬਾਬਾ ਵੀ ਤਾਂ ਆਵਾਜ਼ ਪਛਾਣ ਸਕਦਾ ਸੀ। ਸਾਰੀ ਚਾਲ ਜੁੰਮੇ ਸਰਪੰਚ ਦੀ ਹੈ। ਸਾਧ ਸੰਗਤ ਜੀ, ਜਿਹੜੇ ਬੰਦੇ ਇਸ ਨੂੰ ਮੰਨਣ ਨੂੰ ਤਿਆਰ ਨੇ ਕਿ ਸੁੰਦਰ ਨੇ ਇਹ ਕਾਂਡ ਕੀਤਾ ਹੈ, ਉਹ ਸਾਹਮਣੇ ਖੁੱਲ੍ਹ ਕੇ ਨਹੀਂ ਬੋਲ ਰਹੇ। ਉਹ ਚੁੱਪਚਾਪ ਆਪਣੇ ਘਰਾਂ ਵਿੱਚ ਬੈਠ ਗਏ ਹਨ ਅਤੇ ਦੁਖੀ ਹਨ। ਸੱਚ ਹੈ, ਆਫਿਸ ਦੇ ਜੋ ਕਲੀਗ ਹਨ, ਜੋ ਹਿੰਦੂ ਪੜੋਸੀ ਹਨ,
ਜਾਂ ਹੋਰ ਵੀ ਸਾਨੂੰ ਪੁੱਛਦੇ ਨੇ ਭਾਈ ਸਾਹਿਬ ਕੀ ਹੁਆ ਉਸ ਕੇਸ का, ਤਾਂ ਕੀ ਜਵਾਬ ਦਈਏ, ਕੌਣ ਫੜਿਆ ਗਿਆ। ਮੁਸਲਮਾਨ ਜਿਹੜੇ ਵੀਰ ਨੇ ਉਹ ਵੀ ਆਪਣੇ ਸਟੇਟਸ ਤੇ ਪਾ ਰਹੇ ਨੇ ਕਿ ਜਿਹੜਾ ਸਾਰਾ ਛੜਯੰਤਰਕਾਰੀ ਸੀ ਉਹ ਸਿੱਖ ਸਮਾਜ ਦਾ ਹੀ ਬੰਦਾ ਸੀ। ਤੇ ਇਸ ਨਾਲ ਅਸੀਂ ਵਾਸਤਵ ਵਿੱਚ ਬਹੁਤ ਆਹਤ ਹਾਂ, ਦੁਖੀ ਹਾਂ। ਔਰ ਸਭ ਤੋਂ ਦੁੱਖ ਦੀ ਗੱਲ ਇਹ ਹੈ, ਬਾਹਰੋਂ ਜਿਹੜੀ ਸੰਗਤ ਦੇ ਫੋਨ ਆਉਂਦੇ ਸਨ, ਜਿਹੜੇ ਸਾਡੇ ਨਾਲ ਸਿੰਪੈਥੀ ਸਹਾਨੂਭੂਤੀ ਕਰਦੇ ਸਨ, ਉਹਨਾਂ ਦੇ ਫੋਨ ਆਉਣੇ ਹੀ ਬੰਦ ਹੋ ਗਏ। ਸਗੋਂ ਉਹ ਸਾਡੇ ਨਾਲ ਗੁੱਸੇ ਨੇ ਕਿ ਸਾਨੂੰ ਤੁਸੀਂ ਇੰਨੇ ਦਿਨਾਂ ਭੰਬਲ ਭੂਸੇ ਵਿੱਚ ਪਾਈ ਰੱਖਿਆ, ਤੁਸੀਂ ਆਪ ਹੀ ਇਸ ਵਿੱਚ ਇਨਵੋਲਵ ਸੀ। ਸੰਗਤ ਜੀ, ਸਾਡੀ ਜੋ ਬੀਜੇਪੀ ਦੇ ਜੋ ਇੱਥੇ ਦੇ ਮਹਾਮੰਤਰੀ ਨੇ ਇਲਾਕੇ ਦੇ, ਉਹਨਾਂ ਨਾਲ ਵੀ ਗੱਲ ਹੋਈ ਕਿਉਂਕਿ ਬੀਜੇਪੀ ਦਾ ਪੂਰਾ ਸਪੋਰਟ ਸੀ। ਆਪ ਜੀ ਵੀ ਜਾਣਦੇ ਹੋ, ਜਦੋਂ ਮੁਸਲਮਾਨਾਂ ਦਾ ਨਾਮ ਆਉਂਦਾ ਹੈ ਤੇ ਆਰਐਸਐਸ, ਬਜਰੰਗ ਦਲ ਜੇ ਇਸ ਤਰ੍ਹਾਂ ਦੇ ਜੋ ਨੇ ਇਹ ਪੂਰਾ ਸਪੋਰਟ ਕਰ ਰਹੇ ਸਨ ਸਾਨੂੰ, ਤੇ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਹੈ। ਆਪ ਜੀ ਉਹ ਗੱਲਬਾਤ ਸੁਣੋ। मैं सरदार रविंदर सिंह, महामंत्री भारतीय जनता पार्टी मंडल नौगावा, जिला अलवर, राजस्थान। कई दिनों तो चल रहा है कि ਜਿਹੜਾ एक अपने मिलकपुर भाई जी श्री गुरबख्श सिंह जी ਦੇ ਨਾਲ जो कांड होया, पुलिस ने तफ्तीश की। तफ्तीश ਵਿੱਚ ਜਿਹੜੇ नाम आए ने, उस एक नाम सुंदर सिंह जी ਦਾ है। कुछ मेरे वीर इस नाम तो सहमत नहीं ने, ਜਿਹੜੇ ਉਹ ਕਹਿ ਰਹੇ ਨੇ ਕਿ ਸੁੰਦਰ ਸਿੰਘ ਜੀ ਨਹੀਂ ਹੋ ਸਕਦੇ। मैं कह रहा उन्होंने वीरों को कहना चाहता हाँ, परिवार को कहना चाहता, जो लोग सहमत ने उन्होंने कहना चाहता है कि अपनी जी तफ्तीश की है पुलिस ने, FIR दे विच जुम्मा खां सरपंच साहब का नाम है, और अगर वो मुलजिम है तो आप उन्होंने जिस दिन चलान पेश होएगा उस तो बाद कोर्ट च उसका नाम आ सकता है, कोर्ट च रीओपन हो सकता है, कोई दिक्कत नहीं है। एक गल मैं और कहना चाहता हाँ आप जी के माध्यम तो कि सरदार सुंदर सिंह जी पहले सरदार तो बनन, ਜਿਹੜੇ ਸਾਡੇ ਪੰਥ ਵਿੱਚ ਕੁਰੀਤੀਆਂ ਨੇ ਉਹ ਕੁਰੀਤੀਆਂ ਉਹਨਾਂ ਵਿੱਚ ਨੇ, ਕੇਸ਼ਧਾਰੀ ਉਹ ਨੇ। ਮੈਨੂੰ ਹੋਰ ਵੀ ਕੁਝ ਪਤਾ ਲੱਗਾ ਹੈ ਕਿਸੇ ਚੀਜ਼ ਦਾ, ਗਲਤ ਚੀਜ਼ ਦਾ ਸੇਵਨ ਕਰਦੇ ਨੇ ਜੋ ਗੁਰੂ ਪੰਥ ਦੇ ਖਿਲਾਫ ਹੈ। ਤੀਜੀ ਗੱਲ ਇੱਕ ਹੋਰ ਮੈਂ ਕਹਿਣਾ ਚਾਹ ਰਿਹਾ ਕਿ ਜਿਹੜੀਆਂ ਗੱਲਾਂ ਆਪਾਂ ਫੇਸਬੁੱਕ ਔਰ WhatsApp ਤੇ ਕਰਦੇ ਹਾਂ, ਉਹ ਨਾ ਕਰਕੇ ਆਪਾਂ ਆਪਸ ਵਿੱਚ ਬਹਿ ਕੇ ਵਿਚਾਰ ਵਿਮਰਸ਼ ਕਰਕੇ ਤਾਂ ਕਹੀਏ। WhatsApp ਔਰ Facebook ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਹੀ ਨਹੀਂ ਹੁੰਦੀਆਂ, ना मैं उन्होंने नाल सहमत हाँ। और अगर सुंदर सिंह जी सिख हैं तो पूरे सिख पंथ उन्होंने नाल खड़ा होने वास्ते तैयार है। वाहिगुरू जी का खालसा, वाहिगुरू जी की फतेह। सासंग जी इन्ना का नहीं, जो ਉਹ 3 ਮੁਸਲਮਾਨ ਹਨ ਉਹਨਾਂ ਵਿੱਚ 2 ਚਾਚਾ ਭਤੀਜਾ ਨੇ, ਤੇ ਜੋ ਉਹਨਾਂ ਦਾ ਦਾਦਾ ਸੀ, ਉਹਨਾਂ ਦਾ ਭਰਾ ਸੀ, ਉਹ ਸਾਰੇ ਮਿਲਕਪੁਰ ਗੁਰਦੁਆਰਾ ਸਾਹਿਬ ਆਏ ਔਰ ਸਾਡੇ ਨਾਲ ਗੱਲਬਾਤ ਕੀਤੀ। ਆਪ ਜੀ ਉਹ ਗੱਲਬਾਤ ਵੀ ਸੁਣੋ। जी, मेरा नाम शाहरुख है वीर जी। जिस दिन ये घटना घटी थी वीर जी, उस दिन मेरा भाई अड्डे पे था, हमारे पर मुसलमानों की दुकान है उस पे था। मेरा भाई, हम मामा जयंती वीर जी हर कोई खाता है, जो भी वीर जी नशा पता जो भी करते हैं। मैं रामगढ़ से आया था, तो मैं परली साइड से मामा जयंती कुछ नहीं लेकर आया था, तो मैं मेरे भाई की बाट में बैठा था कि ये मोटरसाइकिल लेकर आएगा, मुझको आवाज़ सुनेगी, घर में बढ़ेगा तो मैं इसको रोक लूँगा। तो ये ऊपर रहता है वीर जी, हम नीचे रहते हैं। तो मैंने इसको रोका, मैं कि इधर आ, मेरे को मामा दे दे। इसने वीर जी मेरे को बोला कि घटना हो गई। अपने जो भाई जी गुरुद्वारा में रहते हैं उसके साथ अलावड़ा में ये घटना हो गई। उसने मेरे को घर जाके बताया वीर जी, मेरा भाई घरे 8:50 पे पहुंचा था। मेरा भाई 8:50 हो रही थी, मेरा भाई जब घर पे पहुंचा था। वीर जी मेरे पास इस बात का भी सबूत है, जिस दुकान पे बैठा था भाई साहब, जिस दुकान पे बैठा था वो 7 बजे उस दुकान पे बैठा था और वो 8:30 बजे उस दुकान से गया है। ये माना कि हमने क्या, हमारा जो पड़ोसी है सुंदर, उसका कोई ताल्लुक़ था अलावड़े से, मतलब ये प्यार संबंध हर किसी से होता है भाई जी, उसका कोई ताल्लुक़ था। पर हमारा कोई सरदार जी से, इस अपने भाई जी से, जो गुरुद्वारा का भाई जी था, इससे हमारा कोई संबंध नहीं था। हाँ, कोई दुश्मनी नहीं थी। ये हम इसको रात दिन जानते, ये हमको रात दिन जानता है। ये हमारी आँख हम इसकी बंद कर दे, अगर हम इसकी आंख बंद कर दे तो ये हमारी आवाज़ पहचान ले, अगर हम बोल दे तो ये हमारी आवाज़ पहचान लेगा। जुबैर खान, पिताजी का नाम जाकर खान, और मेरा भाई मौसम है जो उसको नाजायज़ फंसाया गया है। 24 तारीख की हमारी बहन की शादी थी, किस तारीख को हम सामान लेकर आए रामगढ़ से, हमारे साथ था वो,
उसको नाजायज़ फंसाया जा रहा है। वो हमारे साथ था और वो ससुराल से सामान भी लेकर आया है। 6-7 बजे हमने सामान ख़रीदा यहाँ से रामगढ़ से, उसके बाद ससुराल गया है वो। हाँ, मैं सामान लेके आ गया था घर और वो अपनी बैरवानी को लेकर चला गया ससुराल। फिर वहाँ एक रात रुका है वो, सुबह आया वहाँ से 22 तारीख को सुबह आया घर वो सामान लेके, बेड वेड लेके। रामगढ़ का वो टेम्पू था जिसमें लेकर आए थे हम बालोत नगर का। अगर हमारी कोई गुरबख्श सिंह से कोई दुश्मनी होती तो हम हाथ पैर तोड़ते। बाल काटने से क्या मिल रहा बाबूजी हमको? हमारी कोई दुश्मनी नहीं है उससे, हमारा भाईचारा है, ऐसी कोई बात नहीं है, कोई दुश्मनी नहीं है हमारे उससे। साध संगत जी, हुण एक सामने गल ये आती है, जे असी ये केस लड़ीए, अगर ये मुसलमान निर्दोष ने तो सानू कल आप जी कहोगे कि आप जी किसका साथ दे रहे हो? जिसने केस कतल किए हैं पुलिस ने फड़ लिया और आप जी छुड़ा रहे हो, आप जी उसका पक्ष ले रहे हो। और जे असी उन्होंने पक्ष ना लईए तो कहते हैं सिख का नाम आ गया, तुम निकलवाते नहीं हो। इस करके सारे ही दुखी परेशान ने। और मैं तो यही कहांगा कि अगला जो हुण साडा एक उम्मीद बाकी है वो कोर्ट है। गुरबख्श सिंह जी के बयान ने, उन्होंने बयान से सब कुछ डिपेंड करेगा कि है या नहीं, या बाकी शौकत मौसम या होर टिंडा और फारूक जिसका नाम सामने आ रहा है, ये उत्थे सी कि नहीं सन, ये सारी गल गुरबख्श सिंह जी के बयानों तो ही साफ होएगी। और मैं भीड़ में ये गल भी सुनी सी कि गुरबख्श सिंह जी ने इस फैसले तो नाराज़गी जाहिर करने का एक कारण यह भी हो सकता है कि जेडे वो मुजरिम ने वो चारों ही उन्होंने पड़ोसी ने, गुआढ़ी ने। हुण बूहे ते बूहा है, सारी उम्र की दुश्मनी, और इस जगह शायद कोई होर होंदा तो वो भी यही करता, क्योंकि वो कह रहे हैं कि मेरे पड़ोसी ने ये ऐसा काम नहीं कर सकते, मैं शुरू तो जानदा। पुलिस तफ्तीश कुछ होर कह रही है। वड्डी जांच की मांग करे तो कौन करे, क्योंकि सिख का नाम आंदिया ही लगभग अद्धे तो ज़्यादा सिख पिछे हट गए हैं। असी हुण परमात्मा अगे यही अरदास कर सकते हैं कि परमात्मा न्याय करना है। अगर इसी सुंदर सिंह नहीं है तो असी चाहांगे चाहे वो 6 महीने बाद, साल बाद दुनिया को पता लगे कि ये सिख नहीं सी, नूं फसाया गया सी। और जे अगर सुंदर है तो सच जाणिओ उन्हां तिन्नां मुसलमानों तो दुगनी सज़ा बनती है। जे मैं होर भी वध कवां तो वो घट रहेगी, क्योंकि बाकियां नूं तां केसां की अहमियत पता नहीं सी, पर सुंदर नूं तां पता सी। पर इत्थे ये कहिए कि सुंदर नूं भी पता नहीं सी, क्योंकि वो आपे केसाधारी नहीं है, आपे सुल्फा पींदा है, आपे पर स्त्री का संग जो करैत है वो सब करता है। पर असी अरदास करिए वापस परते, गुरु साहब नूं सोझी बख्शण। पर वीडियो ना बनाने का कारण वीर जी यही सी, जो आप जी ने देखा, सारे ने विचार सुने ने। और मैं आपे ही शशो पंज विच हाँ कि मैं किस नूं सही कवां ते किस नूं गलत। मेरे तो कोई विचारा करदे गलती होगी होए, दास हाथ जोड़ के खीमा दा जाचक है। इन्हीं को बेनती प्रवान करनी। वाहिगुरू जी का खालसा, वाहिगुरू जी की फतेह।